NIA ਨੇ ਪਰਚੇ ਭੇਜੇ ਨੇ ਵੀ ਤੁਸੀਂ ਘਿਓ ਤੇਲ ਵੀ ਸੰਘਰਸ਼ ਦੇ ਅੰਦਰ ਪਾਇਆ ਤਾਂ ਤੁਹਾਨੂੰ ਸਫਾਈਆਂ ਦੇਣੀਆਂ ਪੈਣਗੀਆਂ। ਹਾਕਮ ਦੇ ਰੰਗ ਬਦਲਣ ਨਾਲ, ਚਿਹਰੇ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਇੱਕ ਇਕਨੋਮਿਕ ਸਿਸਟਮ ਹੈ ਜਿਸ ਨੂੰ ਤੁਹਾਨੂੰ ਉਖਾੜ ਕੇ ਸੱਟਣ ਦੀ ਜ਼ਰੂਰਤ ਹੈ। ਵੀ ਉਹਨਾਂ ਨੂੰ ਵੀ ਸਮਝ ਨਹੀਂ ਆ ਰਹੀ ਵੀ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਖਤਮ ਕੀਤਾ ਜਾਵੇ। ਡੈਮੋਨਾਈਜ਼ ਕਰ ਨਹੀਂ ਪਾ ਰਹੇ ਸੰਘਰਸ਼ ਨੂੰ, ਮਾੜੀ ਛਵੀ ਨਹੀਂ ਪੇਸ਼ ਕਰ ਪਾ ਰਹੇ ਕਿਉਂਕਿ ਇਹ ਚੀਜ਼ਾਂ ਵੀ ਪੈਰਲਲ ਸਾਈਡ ਤੇ ਚੱਲੀ ਜਾਂਦੀਆਂ ਨੇ, ਜਿਹਦੇ ਕਰਕੇ ਮੌਕਾ ਸਰਕਾਰਾਂ ਭਾਲ ਲੈਂਦੀਆਂ ਨੇ ਵੀ ਇਹ ਤਾਂ ਵਿਰੋਧੀ ਧਿਰਾਂ ਦੇ ਭੜਕਾਏ ਹੋਏ ਨੇ, ਭਰਮਾਏ। ਸਿੰਪਲੀਫਾਈ ਕਰਨ ਨੂੰ ਜਾਂ ਆਪਣੇ ਅੰਦਰ ਭਗਤਾਂ ਨੂੰ ਸੈਟੀਸਫਾਈ ਕਰਨ ਨੂੰ ਦਿੱਤੇ ਜਾਂਦੇ ਨੇ, ਨਾ ਕਿ ਕਿਸੇ ਹਕੀਕਤ 'ਚ ਸਮਾਉਂਦੇ ਨੇ। ਖਟਕੜ ਕਲਾਂ ਦੇ ਵਿੱਚ ਮਹਾਸਭਾ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਇੱਥੇ ਇਹ ਮਹਾਸਭਾ ਇਸ ਕਰਕੇ ਖਾਸ ਹੈ ਕਿਉਂਕਿ ਨੌਜਵਾਨਾਂ ਨੇ ਵੀ ਆਪਣਾ ਜਿਹੜਾ ਜੋਸ਼, ਆਪਣਾ ਜਜ਼ਬਾ ਇੱਥੇ ਦਿਖਾਇਆ ਹੈ। ਸੋ ਸਾਡੇ ਨਾਲ ਕਨੂਪ੍ਰਿਆ ਮੌਜੂਦ ਹੈ ਕਿਉਂਕਿ ਨੌਜਵਾਨ ਨੇ ਤੇ ਇਸ ਵੇਲੇ ਆਪਣੇ ਜਿਹੜੇ ਪੱਖ ਨੇ ਬਹੁਤ ਚੰਗੇ ਤਰੀਕੇ ਦੇ ਨਾਲ, ਬਹੁਤ ਸਪਸ਼ਟ ਤਰੀਕੇ ਦੇ ਨਾਲ ਰੱਖਦੇ ਨੇ। ਇਸ ਸੰਮੇਲਨ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਕਿੱਦਾਂ ਦਾ ਲੱਗ ਰਿਹਾ ਤੇ ਕੀ ਅਲੱਗ ਮਹਿਸੂਸ ਕਰ ਰਹੇ ਹੋ? ਕਿਉਂਕਿ ਅੱਜ ਦਾ ਦਿਨ ਖਾਸ ਇਸ ਕਰਕੇ ਸੀ ਕਿਉਂਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਜਿਸ ਤਰੀਕੇ ਦੇ ਨਾਲ ਸ਼ਹਾਦਤ ਦਿੱਤੀ, ਨੌਜਵਾਨ ਉਹਦੇ ਨਾਲ ਪ੍ਰੇਰਿਤ ਹੁੰਦੇ ਨੇ, ਹੌਸਲਾ ਮਿਲਦਾ, ਜਜ਼ਬਾ ਮਿਲਦਾ ਤੇ ਇੱਥੇ ਨੌਜਵਾਨ ਵੀ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ। ਪਹਿਲੀ ਗੱਲ ਤਾਂ ਮਤਲਬ ਇਹ ਉਹ ਯੁੱਧ ਜਿਹੜੇ ਸਾਡੀ ਧਰਤੀ ਤੋਂ ਨਿਕਲੇ ਹੈ ਨਾ, ਸਾਡੀ ਭਾਸ਼ਾ 'ਚ ਆਪਣੀ ਗੱਲਾਂ ਰੱਖਦੇ ਰਹੇ ਤੇ ਸਾਡੀ ਧਰਤੀ ਦੇ ਨਾਲ ਜੁੜੇ ਹੀ ਮਸਲਿਆਂ ਨੂੰ ਐਡਰੈਸ ਕਰਦੇ ਰਹੇ ਨੇ, ਉਹ ਯੋਧਿਆਂ ਦਾ ਸ਼ਹੀਦੀ ਦਿਵਸ ਆ। ਤੇ ਅੱਜ ਦੇ ਸੰਘਰਸ਼ ਨਾਲ ਵੀ ਉਹ ਜਿਹੜਾ ਇੱਕ ਰਿਸ਼ਤਾ ਆ ਵੀ ਜਿਸ 'ਚੋਂ 280 ਤੋਂ ਵੱਧ ਸ਼ਹਾਦਤਾਂ ਸਾਡੇ ਸੰਘਰਸ਼ ਦੇ ਅੰਦਰ ਹੋਈਆਂ ਨੇ। ਇੱਕ ਗੋਲੀ ਦਾ ਸ਼ਹੀਦ ਨਵਰੀਤ ਸਿੰਘ ਸਾਡੇ ਵਿੱਚੋਂ ਜਾ ਚੁੱਕਿਆ ਆ, ਤਾਂ ਉਹਦੇ ਅੰਦਰੋਂ ਇਹੋ ਜਿਹੇ ਦਿਨਾਂ ਦੇ ਅੰਦਰ ਇੰਨੇ ਲੋਕਾਂ ਦਾ ਇਕੱਠੇ ਹੋ ਕੇ ਮਿਲ ਕੇ ਬੈਠਣਾ ਤੇ ਆਪਣੀ ਲੜਾਈ ਦੇ ਬਾਰੇ ਵਿਚਾਰਨਾ, ਇਹ ਬਹੁਤ ਹੀ ਅਹਿਮ ਆ। ਤੇ ਉਹਦੇ ਅੰਦਰੋਂ ਕਿਉਂਕਿ ਇੱਕ ਇੰਸਪੀਰੇਸ਼ਨ ਆ, ਇੱਥੋਂ ਪੰਜਾਬ ਦੇ ਲੋਕ ਜਦੋਂ ਚੱਲਦੇ ਨੇ ਤਾਂ ਆਪਣੀ ਹਿਸਟਰੀ ਦੇ ਨਾਲ ਇੱਕ ਰਾਬਤਾ ਹੈਗਾ, ਇੱਕ ਰਿਸ਼ਤਾ ਹੈਗਾ, ਉਸ ਦੇ ਨਾਅਰੇ ਹੈਗੇ ਨੇ ਜਿਸ ਤੋਂ ਕਿ ਉਹ ਮੋਟੀਵੇਟ ਹੋ ਕੇ ਜਾਂਦੇ ਨੇ, ਪਹੁੰਚਦੇ ਨੇ। ਤੇ ਮੈਨੂੰ ਲੱਗਦਾ ਹੈ ਕਿ ਇਹੋ ਜਿਹੇ ਸੰਮੇਲਨਾਂ ਦੇ ਅੰਦਰੋਂ ਅਸੀਂ ਆਪਣੇ ਤਰੀਕੇ ਦੀਆਂ ਸੈਲੀਬ੍ਰੇਸ਼ਨਸ ਮਨਾਉਂਦੇ ਹਾਂ। ਮਤਲਬ ਇੱਕ ਤਰੀਕੇ ਦਾ ਤਿਉਹਾਰ ਤਾਂ ਸਾਨੂੰ ਸਰਕਾਰ ਦਿੰਦੀ ਹੈ, ਸੱਤਾ ਦਿੰਦੀ ਹੈ ਵੀ ਆਪਣੇ ਤਰੀਕੇ ਦੇ, ਆਪਣੇ ਸਿਸਟਮ ਨੂੰ ਬਣਾਏ ਰੱਖੇ ਜਾਣ ਦੇ, ਆਪਣਾ ਐਕਸਪਲੋਇਟੇਸ਼ਨ ਚਲਾਏ ਜਾਣ ਦੇ। ਪਰ ਇੱਕ ਪਾਸਿਓਂ ਜਿਹੜੇ ਲੜਦੇ ਲੋਕਾਂ ਦਾ ਇਤਿਹਾਸ ਆ, ਉਹਨਾਂ ਦੇ ਅੰਦਰੋਂ ਜਿਹੜੀ ਉਹਨਾਂ ਦੀਆਂ ਸ਼ਹਾਦਤਾਂ ਨੇ, ਉਹਨਾਂ ਨੂੰ ਯਾਦ ਕਰਨ ਦਾ ਜਿਹੜਾ ਦਿਨ ਆ ਅੱਜ ਦਾ ਆ, ਜਿਹੜਾ ਕਿ ਖਟਕੜ ਕਲਾਂ ਦੇ ਵਿੱਚ ਹੀ ਮਤਲਬ ਭਗਤ ਸਿੰਘ ਦੇ ਹੀ ਪਿੰਡ ਦੇ ਅੰਦਰੋਂ ਇਹ ਜਿਹੜਾ ਸੰਮੇਲਨ ਆ ਉਹ ਮਨਾ ਕੇ ਨੌਜਵਾਨ ਤੇ ਹੋਰ ਕਿਸਾਨ ਲੀਡਰਾਂ ਦੇ ਨਾਲ ਮਨਾਇਆ ਜਾ ਰਿਹਾ। ਲੱਗਦਾ ਵੀ ਹੁਣ ਇਹਨਾਂ ਸਵਾਲਾਂ ਦੇ ਉੱਤੇ ਵਿਰਾਮ ਲੱਗ ਜਾਏਗਾ, ਇਹ ਸਵਾਲ ਹੁਣ ਨਹੀਂ ਪੁੱਛੇ ਜਾਣਗੇ ਵੀ ਨੌਜਵਾਨ ਪੀੜ੍ਹੀ ਅਲੱਗ ਹੈ ਕਿਸਾਨ ਆਗੂਆਂ ਤੋਂ ਜਾਂ ਕਿਸਾਨ ਮੋਰਚੇ ਤੋਂ ਅਲੱਗ ਹੈ। ਮੈਨੂੰ ਲੱਗਦਾ ਕਿ ਸਵਾਲ ਇਸ ਤੋਂ ਫਿਰ ਅੱਗੇ ਵਧਣੇ ਚਾਹੀਦੇ ਨੇ ਵੀ ਅਲੱਗ ਤਾਂ ਕੋਈ ਵੀ ਨਹੀਂ ਹੈ ਕਿਉਂਕਿ ਸਾਰੇ ਹੀ ਇੱਕ ਡਿਮਾਂਡ ਆਪਣੀ ਇੰਟਰਵਿਊ ਦੇ ਅੰਦਰ ਸਾਫ਼ ਰੱਖਦੇ ਨੇ ਕਿ ਅਸੀਂ 3 ਕਾਲੇ ਕਾਨੂੰਨ ਰੱਦ ਕਰਾਉਣੇ ਨੇ। ਅੱਜ ਦੇ ਸਮੇਂ ਦੇ ਅੰਦਰੋਂ ਮਤਲਬ ਸਵਾਲ ਅਗਲਾ ਬਣ ਜਾਂਦਾ ਆ ਵੀ ਕੀ ਅਸੀਂ ਆਪਣੇ ਵਿਚਾਰਾਂ ਨੂੰ ਲੈ ਕੇ ਇੱਕ ਹੋ ਰਹੇ ਹਾਂ ਕਿ ਨਹੀਂ ਹੋ ਰਹੇ ਹਾਂ। ਵੀ ਉਹਦੇ ਅੰਦਰੋਂ ਜਿਹੜਾ ਸਟੇਟ ਰਿਪਰੈਸ਼ਨ ਦਾ ਮਤਲਬ ਦੇ ਸ਼ਿਕਾਰ ਜਿਹੜੇ ਨੌਜਵਾਨ ਹੋ ਰਹੇ ਨੇ ਤੇ ਜਿਨ੍ਹਾਂ ਨੌਜਵਾਨਾਂ ਦੇ ਅਰੈਸਟ ਲਈ ਉਹ ਰਾਹ ਖੋਲ੍ਹਿਆ ਜਾ ਰਿਹਾ ਆ, ਉਹਨੂੰ ਵੀ ਨਾਲ ਦੇ ਨਾਲ ਚੇਤਾਵਨੀ ਦੇ ਰਹੇ ਆ ਕਿ ਨਹੀਂ ਦੇ ਰਹੇ। ਤਾਂ ਜਿੱਦਾਂ ਲੱਖੇ ਸਿਧਾਣੇ ਦੀ ਗੱਲ ਕਰ ਲਈਏ ਵੀ ਇਸ ਮੋਰਚੇ ਦੇ ਅੰਦਰੋਂ ਵੀ ਬਹੁਤ ਸਾਰੇ ਨਾਅਰੇ ਲੱਗਦੇ ਨੇ, ਬਹੁਤ ਲੋਕ ਭਾਲਦੇ ਨੇ ਵੀ ਕਿੱਦਾਂ ਸਟੇਟ ਮਤਲਬ ਇੱਕ ਇਨਸਾਨ ਨੂੰ ਅਰੈਸਟ ਕਰਨ ਦਾ ਪੂਰਾ ਹੈ ਨਾ ਪ੍ਰਾਈਜ਼ ਰਿਲੀਜ਼ ਕਰਦੀਆਂ ਨੇ ਤੇ ਸਾਡਾ ਸੰਘਰਸ਼ ਜੇ ਉਹਨੂੰ ਨਹੀਂ ਆਪਟ ਕਰਦਾ ਤੇ ਉਹ ਕਿਤੇ ਨਾ ਕਿਤੇ ਸਾਡੀ ਗਲਤੀ ਹੋਊਗੀ ਹੈ ਨਾ। ਤਾਂ ਉਹ ਡਿਫਰੈਂਸਿਸ ਤਾਂ ਲਗਾਤਾਰ ਚੱਲਦੇ ਹੀ ਰਹਿੰਦੇ ਨੇ। ਉਹ ਡਿਫਰੈਂਸਿਸ 'ਚ ਕੋਈ ਪ੍ਰੋਬਲਮ ਨਹੀਂ ਆ, ਬਲਕਿ ਉਹਨੂੰ ਰਿਜ਼ੋਲਵ ਕਰਨਾ, ਉਸ 'ਤੇ ਬਹਿਸ ਹੋਣਾ ਇੱਕ ਵਧੀਆ ਗੱਲ ਮੰਨੀ ਜਾਊਗੀ। ਤੇ ਮੈਨੂੰ ਲੱਗਦਾ ਕਿ ਪਿਛਲੀਆਂ ਕੁਝ ਮੀਟਿੰਗਾਂ 'ਚ ਵੀ ਉਹ ਬਹਿਸ ਚੱਲ ਰਹੀ ਹੈ ਤੇ ਆਉਣ ਵਾਲੀਆਂ ਮੀਟਿੰਗਾਂ 'ਚ ਜਿਸ ਵਿੱਚ ਸਾਨੂੰ ਉਹ ਰਿਜ਼ਲਟ ਦਿਖਣ ਨੂੰ ਮਿਲੂਗਾ ਆਲਰੇਡੀ, ਕਿਉਂਕਿ ਸਾਨੂੰ ਜਿਹੜੀ ਇੱਕ ਲੀਡਰਸ਼ਿਪ ਤੇ ਨੌਜਵਾਨਾਂ ਦੀ ਯੂਨਿਟੀ ਅਲੱਗ-ਅਲੱਗ ਰੈਲੀਆਂ 'ਚ ਮਿਲ ਰਹੀ ਹੈ, ਭਾਵੇਂ ਉਹ ਮਸਤਮਾਣਾ ਸਾਹਿਬ ਵਿੱਚ ਹੋਵੇ ਜਾਂ ਅੱਜ ਇੱਥੇ ਖਟਕੜ ਕਲਾਂ ਦੇ ਅੰਦਰ ਹੋਵੇ। ਸੋ ਜਿਵੇਂ ਕਿ NIA ਦੇ ਨੋਟਿਸਿਸ ਆਉਣਾ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸਰਕਾਰ ਨੇ, ਪ੍ਰਸ਼ਾਸਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਵੀ ਇਹ ਰੈਲੀਆਂ ਨਾ ਹੋਣ ਜਾਂ ਮੁਜ਼ਾਹਰੇ ਨਾ ਹੋਣ, ਅੱਜ ਵੀ ਜਦੋਂ ਨੌਜਵਾਨ ਪਹੁੰਚ ਰਹੇ ਨੇ ਇੱਥੇ, ਕਿਸਾਨ ਪਹੁੰਚ ਰਹੇ ਨੇ ਇੱਥੇ ਤਾਂ ਰਸਤੇ ਦੇ ਵਿੱਚ ਨਾਕੇ ਲੱਗੇ ਹੋਏ ਨੇ ਜਿੱਥੋਂ ਦੀ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਪਿੰਡਾਂ ਦੇ ਵਿੱਚੋਂ ਦੀ ਨਿਕਲ ਕੇ ਤੁਸੀਂ ਚਲੇ ਜਾਓ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਵੀ ਪ੍ਰਸ਼ਾਸਨ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਵੀ ਰੋਕਿਆ ਜਾਵੇ? ਮੈਂ ਪ੍ਰਸ਼ਾਸਨ ਦਾ ਮਤਲਬ ਇੰਨਾ ਕੁ ਸ਼ਾਰਪ ਰੋਲ ਹੈ ਇਹਦੇ ਅੰਦਰ ਕਿ ਜਿੱਦਾਂ ਤੁਸੀਂ ਦੱਸਿਆ NIA ਨੇ ਪਰਚੇ ਭੇਜੇ ਨੇ ਵੀ ਤੁਸੀਂ ਘਿਓ ਤੇਲ ਵੀ ਸੰਘਰਸ਼ ਦੇ ਅੰਦਰ ਪਾਇਆ ਤਾਂ ਤੁਹਾਨੂੰ ਸਫਾਈਆਂ ਦੇਣੀਆਂ ਪੈਣਗੀਆਂ। ਉਹ ਸਫਾਈਆਂ ਬੇਸ ਇੱਕ ਤਰੀਕੇ ਨਾਲ ਇੱਕ ਮਾਈਨਰ ਟਾਰਚਰ ਆ ਵੀ ਤੁਹਾਨੂੰ ਜਵਾਬਦੇਹੀ ਬਣੇ, ਤੁਸੀਂ ਦਿੱਲੀ ਜਾਓ, ਗੇੜਾ ਲਾਓ। ਉਹਦੇ ਇਲਾਵਾ ਜਿਸ ਤਰੀਕੇ ਨਾਲ ਜਿਹੜੇ ਨੌਜਵਾਨ ਬੇਲ ਤੇ ਵੀ ਅੱਜ ਆਏ ਨੇ ਉਹ ਆਜ਼ਾਦ ਨਹੀਂ ਹੋਏ, ਉਹਨਾਂ ਨੂੰ ਫਿਰ ਆਪਣੀਆਂ ਤਰੀਕਾਂ ਲਈ ਉੱਥੇ ਜਾਣਾ ਪੈਣਾ, ਆਪਣੇ ਖਰਚੇ ਪੁੱਟ ਕੇ, ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਉਸ ਹਰਾਸਮੈਂਟ ਦਾ ਸਾਹਮਣਾ ਕਰਦੇ ਆ। ਤਾਂ ਇਸ ਸਾਰੇ ਪ੍ਰੋਬਲਮ ਦੇ ਅੰਦਰੋਂ ਮੈਨੂੰ ਲੱਗਦਾ ਹੈ ਕਿ ਸਟੇਟ ਰਿਪਰੈਸ਼ਨ ਜਿਹੜਾ ਹੁੰਦਾ ਆ, ਜਿਸ ਤਰੀਕੇ ਨਾਲ ਪਿਛਲੇ ਦਿਨੀ ਇਨਕਾਊਂਟਰ ਵੀ ਹੋਏ ਨੇ 2 ਨਿਹੰਗ ਸਿੰਘਾਂ ਦੇ, ਸਾਨੂੰ ਉਹਨੂੰ ਵੀ ਨਾਲ ਚੈਲੰਜ ਕਰਨਾ ਪੈਣਾ ਆ ਵੀ ਇਹ ਤੁਹਾਡਾ ਗੁੰਡਾ ਰਾਜ ਨਹੀਂ ਹੈਗਾ ਇੱਥੇ। ਜੇ ਤੁਸੀਂ ਕਹਿੰਦੇ ਹੋ ਡੈਮੋਕ੍ਰੇਸੀ ਹੈਗੇ, ਜੇ ਤੁਸੀਂ ਕਹਿੰਦੇ ਹੋ ਵੀ ਹੁੰਦੀਆਂ ਨੇ ਕੋਈ ਕੋਰਟ ਕਚਹਿਰੀਆਂ ਜਿਨ੍ਹਾਂ 'ਚ ਫੈਸਲੇ ਹੁੰਦੇ ਨੇ, ਤਾਂ ਮਸਲਿਆਂ
ਨੂੰ ਉੱਥੇ ਲੈ ਕੇ ਜਾਓ, ਮਸਲਿਆਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਓ ਜਿੱਥੇ ਅਸਲੀ ਜਮਹੂਰੀਅਤ ਆ। ਜੇ ਉੱਥੇ ਫਿਰ ਕਿਸੇ ਇਨਕਾਊਂਟਰ ਨਾਲ, ਫਿਰ ਕਿਸੇ ਪਰਚਿਆਂ ਦੇ ਨਾਲ, ਫਿਰ ਕਿਸੇ ਗ੍ਰਿਫਤਾਰੀਆਂ ਤੇ UAPA ਦੇ ਨਾਲ ਤੇ ਐਂਟੀ ਨੈਸ਼ਨਲ ਘੋਸ਼ਿਤ ਕਰਨ ਨਾਲ ਕੋਈ ਜਵਾਬ ਹੈ ਤਾਂ ਸਾਨੂੰ ਲੱਗਦਾ ਕਿਸੇ ਜਮਹੂਰੀ ਦੇਸ਼ ਦਾ ਕਾਰਜਕਾਲ ਨਹੀਂ ਹੋ ਸਕਦਾ। ਉਹ ਕਿਸੇ ਜਮਹੂਰੀ ਦੇਸ਼ ਦੇ ਅੰਦਰੋਂ ਇਹ ਚੀਜ਼ਾਂ ਨਹੀਂ ਵਾਪਰ ਸਕਦੀਆਂ। ਬਿਲਕੁਲ ਲੱਗਦਾ ਹੈ ਵੀ ਭਗਤ ਸਿੰਘ ਦੀ ਜਿਹੜੀ ਸੋਚ ਸੀ ਇਨਕਲਾਬੀ ਸੀਗੀ, ਆਜ਼ਾਦੀ ਦੀ ਉਹ ਉਮੀਦ ਰੱਖਦੇ ਸੀਗੇ ਕਿ ਆਜ਼ਾਦ ਹੋਣਾ ਚਾਹੀਦਾ, ਹਰ ਇੱਕ ਬਰਾਬਰਤਾ ਹੋਣੀ ਚਾਹੀਦੀ ਹੈ ਤੇ ਉਹ ਜਦੋਂ ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਉਸ ਤੋਂ ਬਾਅਦ ਹੁਣ ਲੱਗਦਾ ਵੀ ਦੇਸ਼ ਆਜ਼ਾਦ ਹੈਗਾ। ਜਿਹੜੀ ਸੋਚ ਵਾਸਤੇ, ਜਿਹੜੀ ਚੀਜ਼ ਵਾਸਤੇ ਕੁਰਬਾਨੀ ਦਿੱਤੀ ਉਹ ਦੇਸ਼ ਉਸ ਹਿਸਾਬ ਦਾ ਹੈਗਾ। ਮਤਲਬ ਇਹ ਤਾਂ ਭਗਤ ਸਿੰਘ ਨੇ ਵੀ ਗੱਲ ਕਹੀ ਸੀਗੀ ਕਿ ਅਸੀਂ ਮਤਲਬ ਲੜ ਰਹੇ ਹਾਂ, ਅੱਜ ਇੱਕ ਹਕੂਮਤ ਦੇ ਖਿਲਾਫ ਲੜ ਰਹੇ ਹਾਂ, ਪਰ ਇਹ ਲੜਾਈ ਬਹੁਤ ਹੀ ਕੰਟੀਨਿਊਸ ਆ ਔਰ ਬਹੁਤ ਹੀ ਸ਼ਾਰਪ ਆ। ਮਤਲਬ ਇਹਦੇ ਅੰਦਰੋਂ ਤੁਸੀਂ ਗੋਰੇ ਹਾਕਮਾਂ ਨੂੰ ਰਿਪਲੇਸ ਕਰਦੇ ਕਾਲੇ ਹਾਕਮ ਆਪਣੇ ਉੱਤੇ ਲਾ ਲੋਗੇ, ਉਹਦੇ ਨਾਲ ਕੁਝ ਫਰਕ ਨਹੀਂ ਪਏਗਾ। ਮੀਅਰ ਟ੍ਰਾਂਸਫਰ ਆਫ ਪਾਵਰ ਹੋਊਗੀ, ਪਾਵਰ ਸਟਰਕਚਰ ਖਤਮ ਕਿਤੋਂ ਨਹੀਂ ਹੋਊਗਾ। ਤੇ ਅੱਜ ਵੀ ਜੇ ਦੇਖੀਏ ਉਹਦੇ ਲਿਖੇ ਗਏ ਪਰਚੇ ਇਦਾਂ ਸਾਬਿਤ ਹੁੰਦੇ ਨੇ ਕਿ ਅੱਜ ਦੇ ਸਮਾਜ ਦੀ ਹੀ ਗੱਲ ਕਰ ਰਹੇ ਹੋਣ। ਕਮਿਊਨਲਿਜ਼ਮ ਦੇ ਖਿਲਾਫ ਉਹਦਾ ਲਿਖਿਆ ਪਰਚਾ ਅੱਜ ਵੀ ਉੱਦਾਂ ਹੀ ਸਾਫ਼ ਸਾਡੇ ਅੱਖਾਂ ਸਾਹਮਣੇ ਆਉਂਦਾ ਹੈ ਵੀ ਜਦੋਂ ਪਾਣੀ ਨਹੀਂ ਪੀਤਾ ਦਿੱਤਾ ਜਾਂਦਾ ਬੰਦਰਾਂ ਦੇ ਅੰਦਰ UP ਦੇ ਵਿੱਚ, ਜਾਂ ਇਸ ਤਰੀਕੇ ਦੇ ਜਿਹੜੇ ਮਤਲਬ ਧਰਮ ਦੇ ਆਧਾਰ ਤੇ ਲੜਾਈਆਂ ਸਾਡੇ ਸਾਹਮਣੇ ਆਉਂਦੀਆਂ ਨੇ। ਜਿਸ ਤਰੀਕੇ ਨਾਲ ਉਹ ਇੱਕ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਹੈ ਇੱਕ ਲੜਾਈ ਦੇ ਅੰਦਰ ਪੈਣ ਨੂੰ, ਮੈਨੂੰ ਲੱਗਦਾ ਕਿ ਉਹ ਅੱਜ ਦੇ ਸਮੇਂ ਦੀ ਵੀ ਸੇਮ ਲੋੜੀ ਸਾਹਮਣੇ ਆਉਂਦੀ ਆ ਤੇ ਉਹਦੀ ਕਹੀ ਗੱਲ ਵੀ ਸਾਹਮਣੇ ਆਉਂਦੀ ਆ ਵੀ ਹਾਕਮ ਦੇ ਰੰਗ ਬਦਲਣ ਨਾਲ, ਚਿਹਰੇ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ ਹੈ, ਪਰ ਇੱਕ ਇਕਨੋਮਿਕ ਸਿਸਟਮ ਹੈ ਜਿਸ ਨੂੰ ਤੁਹਾਨੂੰ ਉਖਾੜ ਕੇ ਸੱਟਣ ਦੀ ਜ਼ਰੂਰਤ ਹੈ। ਲੱਗਦਾ ਹੈ ਕਿ ਇਹ ਜਿਹੜਾ ਅੰਦੋਲਨ ਹੈ ਹੁਣ 3 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਨੇ, ਤਕਰੀਬਨ 3.5 ਮਹੀਨੇ ਹੋ ਚੁੱਕੇ ਨੇ ਅੰਦੋਲਨ ਚੱਲਦੇ ਹੋਏ, ਪਰ ਸਰਕਾਰ ਹੁਣ ਇਸ ਵੇਲੇ ਚੁੱਪ ਬੈਠੀ ਹੈ। ਸਰਕਾਰ ਇਸ ਵੇਲੇ ਬੰਗਾਲ ਦੀ ਇਲੈਕਸ਼ਨਾਂ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਅੰਦੋਲਨ ਨੂੰ ਇੱਕ ਤਰੀਕੇ ਨਾਲ ਵਿਸਾਰਿਆ ਹੋਇਆ ਇਸ ਸੰਘਰਸ਼ ਦਾ ਇੱਕ ਵੱਡਾ ਮਤਲਬ ਉਹਨਾਂ ਦੇ ਮਤਲਬ ਗੁੱਠਾ ਤਾਂ ਉਹਨਾਂ ਦੇ ਗੱਲ ਤੇ ਪਿਆ ਹੀ ਆ ਵੀ ਉਹਨਾਂ ਨੂੰ ਵੀ ਸਮਝ ਨਹੀਂ ਆ ਰਹੀ ਵੀ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਖਤਮ ਕੀਤਾ ਜਾਵੇ। ਡੈਮੋਨਾਈਜ਼ ਕਰ ਨਹੀਂ ਪਾ ਰਹੇ ਸੰਘਰਸ਼ ਨੂੰ, ਮਾੜੀ ਛਵੀ ਨਹੀਂ ਪੇਸ਼ ਕਰ ਪਾ ਰਹੇ, ਕਿਉਂਕਿ ਜਿਸ ਤਰੀਕੇ ਨਾਲ ਡਟੇ ਨੇ ਉੱਥੇ ਕਿਸਾਨ ਲੋਕ, ਜਿੰਨੀ ਹਮਾਇਤ ਦੇ ਰਹੇ ਨੇ, ਉਹ ਇੱਕਦਮ ਤੋਂ ਆਪਣਾ ਰਿਪਰੈਸ਼ਨ ਵੀ ਨਹੀਂ ਸ਼ਾਰਪ ਕਰ ਸਕਦੇ। ਉਹਨਾਂ ਨੂੰ ਵੀ ਸੰਭਲ ਕੇ ਵਰਤਣਾ ਪੈ ਰਿਹਾ ਹੈ ਲੋਕਾਂ ਦੇ ਨਾਲ, ਕਿਉਂਕਿ ਉਹਨਾਂ ਤੇ ਅੱਖ ਹੈ ਪੂਰੀ ਦੁਨੀਆ ਦੀ। ਤਾਂ ਇਹੋ ਜਿਹੇ ਦੇ ਅੰਦਰੋਂ ਸਰਕਾਰ ਵੀ ਦੁਖੀ ਹੈ ਤੇ ਮੁਸ਼ਕਲ ਦੇ ਅੰਦਰ ਹੈ, ਪਰ ਉਹ ਪ੍ਰੈਸ਼ਰ ਜਿਹੜਾ ਆ ਉਹ ਮੈਨੂੰ ਲੱਗਦਾ ਕਿ ਹਜੇ ਆਪਾਂ ਉਹਨਾਂ ਡਿਵੈਲਪ ਨਹੀਂ ਕਰ ਪਾ ਰਹੇ, ਕਿਉਂਕਿ ਇਸ ਸਮੇਂ ਦੇ ਅੰਦਰੋਂ ਸਾਰੀ ਮੂਵਮੈਂਟ ਇੱਕ ਸੁਨੇਹਾ ਲੈ ਕੇ ਅਲੱਗ-ਅਲੱਗ ਸੂਬਿਆਂ ਦੇ ਅੰਦਰੋਂ, ਅਲੱਗ-ਅਲੱਗ ਪਿੰਡਾਂ ਦੇ ਅੰਦਰ ਪਹੁੰਚ ਰਹੀ ਹੈ ਤੇ ਇਹ ਵੀ ਇੱਕ ਸਮੇਂ ਤੇ ਜ਼ਰੂਰੀ ਹੈ। ਪਰ ਇਸ ਜ਼ਰੂਰਤ ਤੋਂ ਬਾਅਦ ਸਾਡਾ ਆਪਣੇ ਬਾਰਡਰ ਨੂੰ ਕੂਚ ਕਰਨਾ ਤੇ ਉੱਥੇ ਲੜਾਈ ਮਜ਼ਬੂਤ ਕਰਨਾ ਵੀ ਇੱਕ ਅਹਿਮ ਫੈਸਲਾ ਹੋਣਾ ਚਾਹੀਦਾ। ਲੱਗਦਾ ਵੀ ਜਦੋਂ ਜਬਰ ਕਰੇਗੀ ਸਰਕਾਰਾਂ ਤੇ ਉਦੋਂ ਇਦਾਂ ਦੇ ਇਨਕਲਾਬ ਅੱਗੇ ਵੀ ਉੱਠਦੇ ਰਹਿਣਗੇ ਜਿਵੇਂ ਇਤਿਹਾਸ ਦੇ ਵਿੱਚ ਉੱਠਦੇ ਰਹੇ। ਮੈਂ ਇਤਿਹਾਸ ਦੇ ਅੰਦਰ ਵੀ ਹੈ ਵੀ ਜਿੰਨਾ ਤੁਸੀਂ ਪ੍ਰੈਸ਼ਰ ਪਾਓਗੇ ਉਨਾ ਹੀ ਅੱਗੋਂ ਜਬਰ ਦਾ ਜਵਾਬ ਵੀ ਤਿਆਰ ਹੋਵੇਗਾ, ਕਿਉਂਕਿ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਤੁਸੀਂ ਇੱਕ ਟਾਈਮ ਤੱਕ ਲਈ ਉਹਨਾਂ ਦੇ ਅੱਗੇ ਕਾਫੀ ਫਿਲਟਰ ਲਗਾ ਸਕਦੇ ਹੋ। ਕਦੀ ਉਹ ਫਿਲਟਰ ਕਰੀਅਰ ਦਾ ਆ ਸਕਦਾ ਹੈ, ਕਦੀ ਉਹ ਫਿਲਟਰ ਧਰਮ ਦਾ ਆ ਸਕਦਾ ਹੈ, ਪਰ ਤਮਾਮ ਫਿਲਟਰਸ ਦੇ ਬਾਵਜੂਦ ਵੀ ਜਿਹੜੀ ਉਹਦੀ ਇੱਕ ਸਵੈਮਾਨ ਦੀ ਜ਼ਿੰਦਗੀ ਆ, ਆਪਣੀ ਸੈਲਫ ਰਿਸਪੈਕਟ ਦੀ ਜ਼ਿੰਦਗੀ ਆ, ਜਿਸ ਦੇ ਅੰਦਰ ਉਹ ਆਪਣੀ ਅਸਲ ਮਾਇਨਿਆਂ 'ਚ ਜ਼ਿੰਦਗੀ ਨੂੰ ਜਿਉ ਸਕੇ ਜਾਂ ਫਿਰ ਆਪਣੇ ਰਾਈਟਸ ਨੂੰ ਜਿਹੜਾ ਹੈਗਾ ਆ ਉਹ ਓਬਟੇਨ ਕਰ ਸਕੇ, ਭਾਵੇਂ ਉਹ ਪੋਲੀਟੀਕਲ ਰਾਈਟਸ ਨੇ, ਭਾਵੇਂ ਇਕਨੋਮਿਕ ਰਾਈਟਸ ਨੇ। ਤਾਂ ਇਹ ਉਹ ਅਧਿਕਾਰ ਨੇ ਜਿਹੜੇ ਕਿ ਕੋਈ ਸਿਰਫ ਕਿਤਾਬਾਂ ਕਾਪੀਆਂ ਪੜ੍ਹ ਕੇ ਹੀ ਨਹੀਂ, ਪਰ ਲੋਕਾਂ ਨੂੰ ਆਪਣੀ ਜ਼ਿੰਦਗੀ 'ਚੋਂ ਵੀ ਪਤਾ ਹੁੰਦਾ ਵੀ ਉਹਨਾਂ ਨੂੰ ਚਾਹੀਦੇ ਨੇ ਤੇ ਉਹਨਾਂ ਦੀ ਲੋੜੀਂਦਾ ਨੇ। ਤੇ ਇਸ ਤਰੀਕੇ ਦੀ ਲਾਮਬੰਦੀ, ਜਿਸ ਤਰੀਕੇ ਦੀ ਕਿਸਾਨ ਜਥੇਬੰਦੀਆਂ ਨੇ ਲਗਾਤਾਰ ਪੰਜਾਬ ਦੇ ਅੰਦਰੋਂ ਕੀਤੀ ਸੀ, ਆਪਣੇ ਛੋਟੇ ਮੁਜ਼ਾਹਰਿਆਂ ਤੋਂ ਕੀਤੀ ਸੀਗੀ, ਉਹ ਅੱਜ ਇੰਨਾ ਵੱਡਾ ਸਾਨੂੰ ਮਤਲਬ ਫਰੂਟ ਦੇ ਰਹੀ ਹੈ ਬਾਰਡਰ ਦੇ ਉੱਤੇ। ਜਿਹੜੀ ਇੱਕ ਇੰਨੀ ਵੱਡੀ ਸੰਖਿਆ ਦੇ ਅੰਦਰੋਂ ਲੋਕਾਂ ਦਾ ਉੱਥੇ ਪਹੁੰਚਣਾ, ਡੇਰੇ ਲਾਉਣਾ, ਅੱਡ ਸੂਬਿਆਂ 'ਚ ਜਾਣਾ, ਇਹ ਉਸੇ ਚੀਜ਼ ਦੀ ਹਾਜ਼ਰੀ ਭਰ ਰਿਹਾ ਕਿ ਲੋਕਾਂ ਨੂੰ ਜਿੰਨਾ ਇਹ ਤੋੜਨ ਦੀ ਕੋਸ਼ਿਸ਼ ਕਰਨਗੇ ਉਨਾ ਹੀ ਆਰਗੇਨਾਈਜ਼ ਹੋ ਕੇ ਆਪਣੀ ਆਜ਼ਾਦੀ ਲਈ ਲੜਨ ਪਹੁੰਚਦੇ ਰਹਿਣਗੇ। ਸਰਕਾਰਾਂ ਵੀ ਆਪਣੇ ਵੱਲੋਂ ਦੀ ਹੱਥਕੰਡੇ ਅਪਣਾ ਰਹੀਆਂ ਨੇ, ਜਿਹੜੀ ਵਿਰੋਧੀਆਂ ਧਿਰਾਂ ਨੇ ਉਹ ਵੀ ਕਿਤੇ ਨਾ ਕਿਤੇ ਲਾਹਾ ਲੈਣ ਦੀ ਕੋਸ਼ਿਸ਼ ਕਰਦੀਆਂ ਨੇ। ਕਿਸਾਨੀ ਅੰਦੋਲਨ ਦੇ ਵਿੱਚੋਂ ਸਾਡੀ ਸਰਕਾਰ ਬਣਾ ਦਿਓ, ਅਸੀਂ ਇਹ ਕਰ ਦਾਂਗੇ, ਉਹ ਕਰ ਦਿਆਂਗੇ, ਇਹ ਚੀਜ਼ਾਂ ਵੀ ਪੈਰਲਲ ਸਾਈਡ ਤੇ ਚੱਲੀ ਜਾਂਦੀਆਂ ਨੇ, ਜਿਹਦੇ ਕਰਕੇ ਮੌਕਾ ਸਰਕਾਰਾਂ ਭਾਲ ਲੈਂਦੀਆਂ ਨੇ ਵੀ ਇਹ ਤਾਂ ਵਿਰੋਧੀ ਧਿਰਾਂ ਦੇ ਭੜਕਾਏ ਹੋਏ ਨੇ, ਭਰਮਾਏ ਹੋਏ ਨੇ। ਮਤਲਬ ਇਹ ਸੌਖਾ ਜਵਾਬ ਹੋ ਜਾਂਦਾ ਉਹਨਾਂ ਦਾ ਇਹ ਗੱਲ ਬੋਲਣਾ ਵੀ ਇਹ ਤਾਂ ਕਿਸੇ ਪੋਲੀਟੀਕਲ ਪਾਰਟੀ ਦੇ ਦੁਆਰਾ ਵਰਗਲਾਏ ਲੋਕ ਨੇ, ਕਿਉਂਕਿ ਉਹਨਾਂ ਦਾ ਮੰਨਣਾ ਹੀ ਇਹ ਹੈ ਕਿ ਜਨਤਾ ਤਾਂ ਐਂ ਹੀ ਪੱਟ ਲਿੱਤੀ ਜਾਂਦੀ ਹੈ, ਕਦੀ ਅੰਧ ਭਗਤ ਬਣਾ ਕੇ ਤੇ ਕਦੀ ਕਾਂਗਰਸੀ ਬਣਾ ਕੇ। ਉਹਨਾਂ ਦੀ ਮੈਨੂੰ ਲੱਗਦਾ ਹੈ ਇਹ ਦਿਮਾਗ ਦੀ ਕਪੈਸਿਟੀ ਦੇ ਅੰਦਰੋਂ ਵੀ ਨਹੀਂ ਕਿਤੇ ਇਸਟੈਬਲਿਸ਼ ਹੈਗਾ ਕਿ ਲੋਕ ਸੋਚਦੇ ਨੇ, ਲੋਕ ਵਿਚਾਰਦੇ ਨੇ, ਵਿਚਾਰ ਕੇ ਉਹ ਲੜਨਾ ਜਾਣਦੇ ਨੇ।
ਤੇ ਕਿਉਂਕਿ ਉਹ ਇਤਿਹਾਸ ਹੀ ਉਹਨਾਂ ਦੇ ਪਾਸੇ ਦਾ ਹੈ ਨਹੀਂ, ਆਪਣੇ ਪਾਸੇ ਦਾ, ਆਪਣੇ ਲੋਕਾਂ ਦਾ ਹੈ, ਤਾਂ ਆਪਾਂ ਉਸ ਨੂੰ ਬਿਹਤਰੀਨ ਸਮਝ ਕੇ ਆਪਣੀ ਲੜਾਈ ਵੱਲ ਪਹੁੰਚਦੇ ਹਾਂ ਜਾਂ ਆਪਣੀ ਜ਼ਿੰਦਗੀਆਂ ਦੇ ਅੰਦਰ ਉਹ ਸੰਘਰਸ਼ ਨੂੰ ਜਿਹੜਾ ਹੈਗਾ ਆ ਲੜਦੇ ਹਾਂ। ਤਾਂ ਉਹਦੇ ਅੰਦਰੋਂ ਇਸ ਤਰੀਕੇ ਦੇ ਕਮੈਂਟਸ ਬਸ ਇੱਕ ਸਿੰਪਲੀਫਾਈ ਕਰਨ ਨੂੰ ਜਾਂ ਆਪਣੇ ਅੰਦਰ ਪੱਖਾਂ ਨੂੰ ਸੈਟੀਸਫਾਈ ਕਰਨ ਨੂੰ ਦਿੱਤੇ ਜਾਂਦੇ ਨੇ, ਨਾ ਕਿ ਕਿਸੇ ਹਕੀਕਤ 'ਚ ਸਮਾਉਂਦੇ ਨੇ। ਬਿਲਕੁਲ ਬਹੁਤ ਵੱਡੀ ਗੱਲ ਹੈ ਇਹ ਕਿ ਜਿਹੜੇ ਇਦਾਂ ਦੇ ਅੰਦੋਲਨ ਨੇ ਸਰਕਾਰਾਂ ਦੇ ਜ਼ਿਹਨ ਦੇ ਵਿੱਚ ਵੀ ਨਹੀਂ ਆਉਂਦੇ, ਸਰਕਾਰਾਂ ਇਸ ਗੱਲ ਨੂੰ ਸੋਚਦੀਆਂ ਵੀ ਨਹੀਂ ਹੈਗੀਆਂ ਕਿ ਸਰਕਾਰਾਂ ਇਹ ਚੀਜ਼ਾਂ ਸੋਚਦੀਆਂ ਵੀ ਨਹੀਂ ਹੈਗੀਆਂ ਕਿ ਜਿਹੜੇ ਲੋਕ ਨੇ ਉਹ ਜਾਗਰੂਕ ਨੇ, ਜਿਹੜੇ ਲੋਕ ਨੇ ਆਪਣੇ ਹੱਕਾਂ ਵਾਸਤੇ ਲੜਨਾ ਜਾਣਦੇ ਨੇ। ਸਰਕਾਰਾਂ ਦੇ ਦਿਮਾਗਾਂ 'ਚ ਇਹੀ ਚੀਜ਼ ਚੱਲਦੀ ਹੈ ਵੀ ਇਹ ਕਿਸੇ ਨਾ ਕਿਸੇ ਪਾਰਟੀ ਨਾਲ ਸੰਬੰਧਿਤ ਹੋਣਗੇ, ਇਹਨਾਂ ਨੂੰ ਕਿਸੇ ਨਾ ਕਿਸੇ ਪਾਰਟੀ ਨੇ ਜਿਹੜਾ ਹੈ ਉਹ ਉਤਸ਼ਾਹਿਤ ਕੀਤਾ ਹੋਊਗਾ, ਇਸ ਕਰਕੇ ਜਿਹੜੇ ਧਰਨੇ ਪ੍ਰਦਰਸ਼ਨ ਹੋ ਰਹੇ ਨੇ, ਮੁਜ਼ਾਹਰੇ ਹੋ ਰਹੇ ਨੇ, ਉਹਨਾਂ ਤੱਕ ਇਹ ਗੱਲ ਨਹੀਂ ਪਹੁੰਚਦੀ ਵੀ ਇਤਿਹਾਸ ਗਵਾਹ ਹੈ ਕਿ ਲੋਕ ਲਹਿਰ ਜਿਹੜੀਆਂ ਨੇ, ਲੋਕ ਲਹਿਰਾਂ ਜਿਹੜੀਆਂ ਨੇ ਉਹ ਸਮੇਂ-ਸਮੇਂ ਤੇ ਉੱਠਦੀਆਂ ਰਹੀਆਂ ਨੇ। ਜਦੋਂ ਸਰਕਾਰਾਂ ਦਾ ਜਾਂ ਹਾਕਮਾਂ ਦਾ ਜਦੋਂ ਜ਼ੁਲਮ ਵਧਿਆ ਉਦੋਂ ਲੋਕ ਲਹਿਰਾਂ ਉੱਠਦੀਆਂ ਰਹੀਆਂ ਨੇ ਤੇ ਆਪਣੇ ਹੱਕਾਂ ਵਾਸਤੇ ਲੜਦੀਆਂ ਰਹੀਆਂ ਨੇ, ਤੇ ਇਤਿਹਾਸ ਇਹ ਵੀ ਗਵਾਹ ਹੈ ਤੇ ਜਿੱਤ ਵੀ ਲੋਕਾਂ ਦੀ ਹੀ ਹੁੰਦੀ ਆਈ ਹੈ। ਕੈਮਰਾਮੈਨ ਗੌਰਵ ਦੇ ਨਾਲ ਮੈਂ ਅਨੂ ਕੋੜ।